ਵੈਲਕਮ ਬੈਕ ਟੂ ਆਲ ਮਾਈ ਵਿਊਅਰਸ ਔਨ ਮਾਈ YouTube ਚੈਨਲ ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਅੱਜ ਇੱਕ ਹੋਰ ਨਵਾਂ ਸੈਸ਼ਨ ਲੈ ਕੇ ਆਇਆ ਹਾਂ ਜਿਹਦੇ ਵਿੱਚ ਅਸੀਂ ਗੱਲ ਕਰਨੀ ਆ ਧਰਾਤਲ ਦੀ, ਜਿਹੜੀ ਕਿ SST ਦਾ ਜੀਓਗ੍ਰਾਫੀ ਪਾਰਟ ਦੇ ਵਿੱਚੋਂ ਕਲਾਸ 10ਵੀਂ ਦਾ ਇੱਕ ਇੰਪੋਰਟੈਂਟ ਚੈਪਟਰ ਆ। ਇਸ ਦੇ ਵਿੱਚ ਅਸੀਂ ਅੱਜ ਰਿਵੀਜ਼ਨ ਨੋਟਸ ਕੈਰੀ ਕਰਾਂਗੇ ਅਤੇ ਐਜ਼ ਵੈਲ ਐਜ਼ ਜਿਹੜਾ ਪ੍ਰੀਵੀਅਸ ਵੀਡੀਓ ਜਿਹੜੀ ਅਸੀਂ ਅਪਲੋਡ ਕੀਤੀ ਸੀਗੀ ਉਹਦੀ ਆਨਸਰ ਕਿਵੇਂ ਮਿਲੂਗੀ, ਜਿਹਦੇ ਵਿੱਚ ਭਾਰਤ ਇੱਕ ਜਾਣ ਪਛਾਣ, ਜਿਹਦਾ ਇੰਡੀਆ ਇਜ਼ ਦਾ ਐਨ ਇੰਟਰੋਡਕਸ਼ਨ, ਉਹਦਾ ਜਿਹੜਾ ਆਨਸਰ ਕੀ ਆ ਉਹ ਵੀ ਤੁਹਾਨੂੰ ਇੱਥੇ ਹੀ ਪ੍ਰੋਵਾਈਡ ਕੀਤੀ ਜਾਏਗੀ ਅਤੇ ਤੁਸੀਂ ਸਾਰੇ ਬੱਚਿਆਂ ਨੇ ਆਪਣੇ ਜਿਹੜੇ ਆਨਸਰ ਨੇ ਉਹਨੂੰ ਮੈਚ ਕਰ ਲੈਣਾ ਵਾ। ਅਤੇ ਜੇਕਰ ਕੋਈ ਪ੍ਰੋਬਲਮ ਹੋਰ ਆਉਂਦੀ ਆ ਤਾਂ ਉਹ ਮੈਨੂੰ ਨਾਲ ਦੀ ਨਾਲ ਦੱਸੀ ਜਾਣਾ। ਇਹ ਇੰਪੋਰਟੈਂਟ ਕੁਐਸਚਨਸ ਨੇ ਜਿਹੜੇ ਕਿ ਬਹੁਤ ਵਾਰ ਰਿਪੀਟ ਹੁੰਦੇ ਆ 1 ਮਾਰਕਸ 'ਤੇ। ਸਟਾਰਟ ਕਰਦੇ ਹਾਂ। ਦੇਖੋ, ਪਹਿਲਾ ਜਿਹੜਾ ਹੈ ਖਾਲੀ ਥਾਵਾਂ ਜਿਹੜੀਆਂ ਸੀਗੀਆਂ ਬਸੋ ਦੇ ਹਿਸਾਬ ਦੇ ਨਾਲ, ਜਿਹੜਾ ਸੰਸਾਰ ਦੇ ਵਿੱਚ ਚੀਨ ਦਾ ਕਿਹੜਾ ਸਥਾਨ ਹੈ? ਪਹਿਲਾ ਸਥਾਨ ਹੈ, ਉਹ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਪਾਪੂਲੇਸ਼ਨ ਦੇ ਅਕੋਰਡਿੰਗ ਜਦੋਂ ਹੁਣ 2021 ਦੀ ਜਿਹੜੀ ਸਾਡੀ ਜਨਗਣਨਾ ਹੋਏਗੀ ਉਸ ਤੋਂ ਪਤਾ ਲੱਗੇਗਾ ਵੀ ਸਾਡਾ ਇੰਡੀਆ ਦਾ ਕਿਹੜਾ ਸਥਾਨ ਹੋ ਗਿਆ, ਪਹਿਲਾ ਹੋ ਗਿਆ ਕਿ ਹਲੇ ਦੂਜੇ 'ਤੇ ਹੀ ਆ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਡੈਸ਼ ਰੇਖਾ ਨੂੰ ਬਰਾਬਰ ਹਿੱਸਿਆਂ ਦੇ ਵਿੱਚ ਵਰਤਦੀ ਹੈ ਕਰਕ ਰੇਖਾ, ਜਾਣੀ ਕਿ ਟੌਪਿਕ ਆਫ ਕੈਂਸਰ, ਜਿਹੜੀ ਕਿ ਮੱਧ ਪ੍ਰਦੇਸ਼ ਦੇ ਵਿੱਚੋਂ ਦੀ ਹੋ ਕੇ ਨਿਕਲ ਜਾਂਦੀ ਆ ਤਾਂ ਇਹ ਇੰਡੀਆ ਨੂੰ ਜਿਹੜੇ ਆ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦੀ ਆ, ਨਾਰਥ ਅਤੇ ਸਾਊਥ ਪੋਲ ਦੇ ਵਿੱਚ। ਉਸ ਤੋਂ ਬਾਅਦ ਹੈ ਖੇਤਰਫਲ ਦੇ ਪੱਖੋਂ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਦੇਸ਼ ਕਿਹੜਾ ਵਾ? ਰੂਸ ਆ। ਫਿਰ ਦੈਨ ਸਾਡਾ ਕੈਨੇਡਾ ਵਾ, ਦੈਨ ਅਮੈਰੀਕਾ, ਐਵੇਂ ਜੇ ਨੇ, ਅਤੇ ਸਾਡਾ ਜਿਹੜਾ ਇੰਡੀਆ ਵਾ ਉਹ 7ਵੇਂ ਸਥਾਨ 'ਤੇ ਆਉਂਦਾ ਵਾ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਡੈਸ਼ ਪਰਬਤਾਂ ਦੇ ਪ੍ਰਾਚੀਨਤਵਿਕ ਪਰਬਤ ਕਿਹਾ ਜਾਂਦਾ, ਯਾਨੀ ਕਿ ਸਭ ਤੋਂ ਏਂਸ਼ੀਅੰਟ ਜਿਹੜਾ ਪਰਬਤ ਆ ਉਹ ਕਿਹੜਾ ਵਾ? ਅਰਾਵਲੀ ਪਰਬਤ ਨੇ। ਇਹ ਯਾਦ ਰੱਖਣੇ, ਯਾਨੀ ਕਾਫੀ ਸਮੇਂ ਤੋਂ ਬਣੇ ਹੋਏ ਨੇ। ਭਾਰਤੀ ਸੰਵਿਧਾਨ ਦੇ ਵਿੱਚ ਡੈਸ਼ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਵਾ, ਕਿਹੜੀ ਲੈਂਗੁਏਜ ਆ? ਹਿੰਦੀ। ਹਿੰਦੀ ਨੂੰ ਸਾਡੀ ਕੀ ਕਿਹਾ? ਰਾਸ਼ਟਰੀ ਭਾਸ਼ਾ ਕਹੀ ਗਈ ਆ। ਡੈਸ਼ ਵਿੱਚ ਸੰਸਾਰ ਦੀ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਹੈ, ਇੰਡੀਆ ਦੇ ਵਿੱਚ ਆ। ਚਿਰਾਪੂੰਜੀ ਜਿਹੜੀ ਆ ਉੱਥੇ ਸਭ ਤੋਂ ਜ਼ਿਆਦਾ ਜਿਹੜੀ ਆ ਵਰਖਾ ਹੁੰਦੀ ਆ, ਜਾਣੀ ਕਿ ਅਰਾਊਂਡ 200 ਸੈਂਟੀਮੀਟਰ ਤੱਕ ਜਿਹੜੀ ਆ ਮੀਂਹ ਜਿਹੜਾ ਵਾ ਉਹ ਪੈ ਜਾਂਦਾ ਵਾ। ਡੈਸ਼ ਉੱਤਰਾਖੰਡ ਦੀ ਰਾਜਧਾਨੀ ਹੈ, ਯਾਨੀ ਕਿ ਦੇਹਰਾਦੂਨ ਜਿਹੜੀ ਆ ਉੱਤਰਾਖੰਡ ਦੀ ਰਾਜਧਾਨੀ ਆ। ਉੱਤਰਾਖੰਡ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚੋਂ ਅਲੱਗ ਹੋਇਆ ਸੀ 2005 ਦੇ ਵਿੱਚ, ਇਹ ਯਾਦ ਰੱਖਣਾ ਵਾ ਤੁਸੀਂ। ਉਸ ਤੋਂ ਬਾਅਦ ਹੈ ਜੰਮੂ ਐਂਡ ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਅਤੇ ਡੈਸ਼ ਰਾਜਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ। ਕਿਹਦੇ ਨਾਲ ਲੱਗਦੀ ਹੈ? ਗੁਜਰਾਤ ਦੇ ਨਾਲ। ਠੀਕ ਹੈ ਜੀ। ਤਾਂ ਇਹ ਸਾਰੀਆਂ ਸੀਮਾਵਾਂ ਕਿਹਦੇ ਨਾਲ ਲੱਗਦੀਆਂ ਨੇ? ਪਾਕਿਸਤਾਨ ਦੇ ਨਾਲ ਲੱਗਦੀਆਂ ਨੇ। ਡੈਸ਼ ਛੱਤੀਸਗੜ੍ਹ ਦੀ ਰਾਜਧਾਨੀ ਹੈ, ਕਿਹੜੀ ਆ? ਰਾਏਪੁਰ। ਇਹ ਯਾਦ ਰੱਖਣੀ ਹੈ। ਫਿਰ ਉਸ ਤੋਂ ਬਾਅਦ ਡੈਸ਼ ਪੰਜਾਬ ਅਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਹੈ, ਸਾਰਿਆਂ ਨੂੰ ਪਤਾ ਹੀ ਹੋਏਗਾ, ਚੰਡੀਗੜ੍ਹ। ਚੰਡੀਗੜ੍ਹ ਜਿਹੜੀ ਆ ਪੰਜਾਬ ਹਰਿਆਣਾ ਦੀ ਜਿਹੜੀ ਆ ਉਹ ਇੱਕ ਕਾਮਨ ਕੈਪੀਟਲ ਕਿਹਾ ਗਿਆ ਵਾ। ਉਸ ਤੋਂ ਬਾਅਦ ਹੈ ਵਸੋਂ ਦੇ ਆਧਾਰ 'ਤੇ ਭਾਰਤ ਦਾ ਕਿਹੜਾ ਸਥਾਨ ਆਉਂਦਾ? ਸਭ ਨੂੰ ਪਤਾ ਵਾ ਵੀ ਸੈਕਿੰਡ ਪੋਜੀਸ਼ਨ ਦੇ ਉੱਤੇ ਆਉਂਦਾ ਵਾ ਇੰਡੀਆ, ਫਸਟ ਦੇ ਉੱਤੇ ਚਾਈਨਾ ਵਾ। ਉਸ ਤੋਂ ਬਾਅਦ ਹੈ ਖੇਤਰਫਲ ਦੇ ਪੱਖੋਂ ਭਾਰਤ ਦਾ ਕਿਹੜਾ ਸਥਾਨ ਵਾ? 7ਵਾਂ ਕਿਹਾ ਗਿਆ ਵਾ। ਪਹਿਲਾ ਜਿਹੜਾ ਵਾ ਉਹ ਰੂਸ ਦਾ ਵਾ, ਇਹ ਯਾਦ ਰੱਖਣਾ ਵਾ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਕਿਸ ਰਾਜ ਦੇ ਵਿੱਚ ਔਰਤ ਸਾਖਰਤਾ ਦਰ ਸਭ ਤੋਂ ਜ਼ਿਆਦਾ ਵਾ, ਜਾਣੀ ਕਿ ਮੇਲ ਦੀ ਜਿਹੜੀ ਕਾਊਂਟਿੰਗ ਆ, ਫੀਮੇਲ ਦੀ ਕਾਊਂਟਿੰਗ ਜਿਹੜੀ ਜ਼ਿਆਦਾ ਵਾ ਮੇਲ ਦੇ ਨਾਲੋਂ, ਕਿੱਥੇ ਆ? ਕੇਰਲਾ ਦੇ ਵਿੱਚ। ਅਤੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਵੀ ਜਿਹੜੇ ਨੇ, ਜਾਣੀ ਕਿ ਐਜੂਕੇਟਡ ਲੋਕ ਜਿਹੜੇ ਨੇ, ਉਹ ਕਿੱਥੇ ਨੇ? ਕੇਰਲਾ ਦੇ ਵਿੱਚ ਹੀ ਨੇ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਉੱਤਰੀ ਸਿਰੇ ਤੋਂ ਲੈ ਕੇ ਦੱਖਣੀ ਸਿਰੇ ਤੱਕ ਦੀ ਲੰਬਾਈ, ਉੱਤਰੀ ਸਿਰਾ ਜਿਹੜਾ ਕਸ਼ਮੀਰ ਅਤੇ ਦੱਖਣੀ ਸਿਰਾ ਜਿਹੜਾ ਸਭ ਤੋਂ ਲਾਸਟ ਜਿਹੜਾ ਰਾਜ ਬਣਦਾ ਜਾਂ ਲਾਸਟ ਜਿਹੜਾ ਵਾ ਸਿਟੀ ਬਣਦੀ ਆ ਉਹ ਕਿਹੜੀ ਆ? ਕੰਨਿਆ ਕੁਮਾਰੀ ਆ। ਉੱਥੋਂ ਤੋਂ ਇਹਦਾ ਡਿਸਟੈਂਸ ਬਣਦਾ ਵਾ 32-14 ਕਿਲੋਮੀਟਰ, ਜਾਣੀ ਕਿ ਸੀ ਆਨਸਰ ਹੋਏਗਾ। ਤੁਹਾਨੂੰ ਦਿਖਾ ਦਿੰਦਾ, ਆ ਦੇਖੋ ਸੀ ਆਨਸਰ ਹੋਏਗਾ। ਉਸ ਤੋਂ ਬਾਅਦ ਦੇਖੋ, ਭਾਰਤ ਨੂੰ ਲੋਕਤੰਤਰ ਜਾਂ ਗਣਰਾਜ ਦੀ ਸਥਾਪਨਾ ਕਦੋਂ ਹੋਈ ਸੀਗੀ? 26 ਜਨਵਰੀ 1950 ਨੂੰ, ਜਾਣੀ ਕਿ ਰਿਪਬਲਿਕ ਡੇ ਜਿਹੜਾ ਹੋਣਾ ਆਉਣ ਵਾਲਾ ਵਾ ਸਾਡਾ, ਰਿਪਬਲਿਕ ਡੇ ਜਿਹੜਾ ਵਾ ਸਾਡਾ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਸੀ? 26 ਜਨਵਰੀ 1950 ਨੂੰ। ਬਟ ਜਿਹੜਾ ਸਾਡਾ ਕੌਨਸਟੀਟਿਊਸ਼ਨ ਬਣ ਕੇ ਤਿਆਰ ਹੋ ਗਿਆ ਸੀ ਉਹ 26 ਨਵੰਬਰ 1949 ਨੂੰ ਕੀਤਾ ਗਿਆ ਸੀਗਾ। ਅਤੇ ਇਤਿਹਾਸਿਕ ਦਿਨ ਜਦੋਂ ਬਣਿਆ ਸੀਗਾ ਇਹ 2 ਮਹੀਨੇ ਬਾਅਦ ਬਣਿਆ ਸੀਗਾ, ਜਾਣੀ ਕਿ 26 ਜਨਵਰੀ 1950 ਨੂੰ। ਉਸ ਤੋਂ ਬਾਅਦ ਹੈ ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈ ਵੀ, ਜਾਣੀ ਕਿ ਉਹਦਾ ਕਿਸ ਤਰੀਕੇ ਦਾ ਸਟਰਕਚਰ ਬਣਿਆ ਹੋਇਆ ਵਾ? ਤ੍ਰਿਭੁਜਾਕਾਰ, ਜਾਣੀ ਕਿ ਉਹ ਕੀ ਆ? ਟਰਾਇੰਗਲ ਸ਼ੇਪ ਦੇ ਵਿੱਚ ਹੈਗਾ ਵਾ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਰਾਸ਼ਟਰੀ ਮਾਨਤਾਵਾਂ ਕਿੰਨੇ ਪ੍ਰਾਪਤ ਨੇ ਭਾਸ਼ਾਵਾਂ ਨੂੰ? 22 ਨੇ, ਮੇ ਬੀ ਐਸ ਹੁਣ ਜਿਹੜੀਆਂ ਇਨਕਰੀਜ਼ ਹੋ ਕੇ 23 ਵੀ ਹੋ ਗਈਆਂ ਨੇ, ਪਰ ਜਾਣੀ ਕਿ ਤੁਹਾਡੀ ਹਾਲੇ ਤੱਕ ਬੁੱਕ ਦੇ ਵਿੱਚ 22 ਹੀ ਚੱਲਿਆ ਆ ਰਿਹਾ ਵਾ। ਉਸ ਤੋਂ ਬਾਅਦ ਹੈ 2011 ਦੇ ਵਿੱਚ ਮਰਦਸ਼ੁਮਾਰੀ ਦੇ ਅਨੁਸਾਰ ਭਾਰਤ ਦੀ ਵਸੋਂ ਘਣਤਾ ਕਿੰਨੀ ਹੈ, ਜਾਣੀ ਕਿ ਕਿੰਨੇ ਲੋਕ ਇਹ ਕਿਲੋਮੀਟਰ ਵਰਗ ਏਰੀਏ ਦੇ ਵਿੱਚ ਰਹਿੰਦੇ ਆ? ਤਾਂ 382 ਜਿਹੜੇ ਕਿਲੋਮੀਟਰ ਵਰਗਸ ਦੇ ਵਿੱਚ ਇੰਨੇ ਪੀਪਲ ਜਿਹੜੇ ਨੇ ਉਹ ਰਹਿੰਦੇ ਨੇ। ਉਸ ਤੋਂ ਬਾਅਦ ਹੈ ਟਰੂ ਫਾਲਸ ਜਿਹੜੇ ਸੀਗੇ, ਭਾਰਤ ਏਸ਼ੀਆ ਦੇ ਵਿੱਚ ਉੱਤਰ ਦੇ ਵਿੱਚ ਫੈਲਿਆ ਹੋਇਆ ਇੱਕ ਵਿਸ਼ਾਲ ਮੈਦਾਨ ਹੈ। ਫਾਲਸ ਆਈ, ਇੰਡੀਆ ਜਿਹੜਾ ਵਾ ਉਹ ਏਸ਼ੀਆ ਦੇ ਵਿੱਚ ਪੱਛਮ ਦੇ ਵੱਲ ਫੈਲਿਆ ਹੋਇਆ ਵਾ। ਉਸ ਤੋਂ ਬਾਅਦ ਹੈ ਕਰਕ ਰੇਖਾ ਦੇ ਵਿੱਚ ਭਾਰਤ ਦੇ ਉੱਤਰ ਤੋਂ ਦੱਖਣ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਬਣਦੀ ਹੈ। ਟਰੂ ਆਈ, ਉੱਪਰਲਾ ਹਿੱਸਾ ਜਿਹੜਾ ਵਾ ਜਿਹੜਾ ਕਿ ਜੰਮੂ ਐਂਡ ਕਸ਼ਮੀਰ, ਪੰਜਾਬ, ਮੱਧ ਪ੍ਰਦੇਸ਼ ਤੋਂ ਉੱਪਰਲਾ ਏਰੀਆ ਜਿਹੜਾ ਵਾ ਉਹ ਉੱਤਰ ਦੇ ਵਿੱਚ ਲੈ ਜਾਂਦਾ। ਦੱਖਣ ਦੇ ਵਿੱਚ ਜਿਹੜਾ ਆ ਜਾਂਦਾ ਮਹਾਰਾਸ਼ਟਰ ਤੋਂ ਲੈ ਕੇ ਨੀਚੇ ਤੱਕ ਜਿਹੜਾ ਵਾ ਤਾਮਿਲਨਾਡੂ, ਕੇਰਲਾ, ਇਹ ਸਾਰੇ ਜਿਹੜੇ ਨੇ ਇਹ ਦੱਖਣ ਦੇ ਵਿੱਚ ਚਲੇ ਜਾਂਦੇ ਆ। ਉਸ ਤੋਂ ਬਾਅਦ ਹੈ ਭਾਰਤ ਦੀ ਆਕ੍ਰਿਤੀ
ਤ੍ਰਿਭੁਜਾਕਾਰ ਹੈ, ਹਾਂਜੀ ਇਹ ਟ੍ਰਾਇੰਗੂਲਰ ਸ਼ੇਪ ਆ ਇੰਡੀਆ ਦੀ ਜਿਹੜੀ ਆ। ਦੇਖੋਗੇ ਤੁਸੀਂ ਧਿਆਨ ਨਾਲ, ਇੰਡੀਆ ਦੀ ਪੂਰੀ ਸ਼ੇਪ ਜਿਹੜੀ ਇੱਕ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਬਣਦੀ ਆ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਸਥਲ ਸੀਮਾ ਦੇ ਵਿੱਚ ਕੁੱਲ 10 ਦੇਸ਼ ਦੀਆਂ ਸੀਮਾਵਾਂ ਲੱਗਦੀਆਂ ਨੇ। ਇਹ ਗਲਤ ਆ ਜੀ, ਸਾਡੀ 10 ਸੀਮਾਵਾਂ ਨਹੀਂ ਲੱਗਦੀਆਂ ਸਾਡੇ ਦੇਸ਼ ਦੇ ਨਾਲ, ਤੁਸੀਂ ਗਿਣ ਲੈਣੀਆਂ ਨੇ ਕਿੰਨੇ ਕਿੰਨੇ ਦੇਸ਼ਾਂ ਦੇ ਨਾਲ ਲੱਗਦੀਆਂ ਨੇ। ਸ਼੍ਰੀਲੰਕਾ, ਇੱਧਰ ਪਾਕਿਸਤਾਨ, ਨੇਪਾਲ, ਭੂਟਾਨ, ਚੀਨ, ਠੀਕ ਹੈ ਜੀ, ਤਾਂ ਇਹਨਾਂ ਨਾਲ ਸਾਡੀ ਸਿਰਫ ਲੱਗਦੀ ਹੈ ਜਿਹੜੀ ਆ। ਉਸ ਤੋਂ ਬਾਅਦ ਹੈ ਚੰਡੀਗੜ੍ਹ, ਪੰਜਾਬ, ਹਰਿਆਣਾ ਦੋਹਾਂ ਦੀ ਰਾਜਧਾਨੀ ਹੈ। ਟਰੂ ਹੈ ਜੀ, ਸਾਡੀ ਦੋਹਾਂ ਦੀ ਰਾਜਧਾਨੀ ਕਾਮਨ ਉਹੀ ਆ। ਉਸ ਤੋਂ ਬਾਅਦ ਹੈ ਦੇਖੋ ਟਰੂ ਹੈ ਉਹ ਮੈਥਸ ਦੀ ਕਾਲਮ, ਦੇਖੋ ਮੈਂ ਇਹਨਾਂ ਦੇ ਆਨਸਰ ਵੀ ਲਿਖੇ ਨੇ। ਦੇਖੋ ਛੱਤੀਸਗੜ੍ਹ ਦੀ ਜਿਹੜੀ ਹੁਣੀ ਪੜ੍ਹਿਆ ਸੀਗਾ, ਫਿਲਿੰਗ ਦੀ ਬਲੈਂਕਸ ਦੇ ਵਿੱਚ ਵੀ ਆਇਆ ਸੀ, ਫਿਲਿੰਗ ਬਲੈਂਕਸ ਦੇ ਵਿੱਚ ਵੀ ਛੱਤੀਸਗੜ੍ਹ ਦੀ ਕੈਪੀਟਲ ਕਿਹੜੀ ਆ, ਰਾਏਪੁਰ ਆ। ਉਸ ਤੋਂ ਬਾਅਦ ਹੈ ਜਨਸੰਖਿਆ ਦੀ ਦ੍ਰਿਸ਼ਟੀ 'ਤੇ ਸਭ ਤੋਂ ਵੱਡਾ ਦੇਸ਼ ਕਿਹੜਾ ਵਾ, ਉਹ ਸਭ ਨੂੰ ਪਤਾ ਵਾ ਵੀ ਜਿਹੜਾ ਰੂਸ ਆ ਉਹ ਸਭ ਤੋਂ ਵੱਡਾ ਦੇਸ਼ ਮੰਨਿਆ ਜਾਂਦਾ ਵਾ। ਕਿਹਦੇ ਜਨਸੰਖਿਆ ਦੇ ਅਕੋਰਡਿੰਗ ਤਾਂ ਚੀਨ ਆ ਜੀ। ਅਤੇ ਛੱਤੀਸਗੜ੍ਹ ਜਿਹੜਾ ਵਾ ਉਹਦੀ ਕੈਪੀਟਲ ਕਿਹੜੀ ਆ, ਰਾਏਪੁਰ ਆ। ਅਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਖੇਤਰਫਲ ਦੇ ਅਕੋਰਡਿੰਗ ਰਸ਼ੀਆ ਵਾ ਜੀ। ਅਤੇ ਸਾਡੇ ਕੋਲ ਜਿਹੜੀ ਉੱਤਰਾਖੰਡ ਦੀ ਕੈਪੀਟਲ ਆ ਉਹ ਕਿਹੜੀ ਆ, ਦੇਹਰਾਦੂਨ। ਇਹ ਦੋ ਹੀ ਜਿਹੜੇ ਕੁਐਸਚਨ ਸੀਗੇ ਤੁਹਾਨੂੰ ਬਲੈਂਕਸਾਂ ਦੇ ਵਿੱਚ ਜਾਂ MCQ ਦੇ ਵਿੱਚ ਮਿਲੇ ਸੀਗੇ। ਹੁਣ ਸਟਾਰਟ ਕਰਦੇ ਹਾਂ ਸੈਸ਼ਨ ਨੂੰ, ਜਿਹਦੇ ਵਿੱਚ ਅਸੀਂ ਜਿਹੜੇ ਇੰਪੋਰਟੈਂਟ ਕੁਐਸਚਨ ਆਨਸਰ ਜਿਹੜੇ ਨੇ ਉਹ ਡਿਸਕਸ ਕਰਾਂਗੇ, ਜਿਹੜੇ ਕਿ ਧਰਾਤਲ ਚੈਪਟਰ ਦੇ ਨਾਲ ਰਿਲੇਟ ਕਰਦੇ ਯਾਨੀ ਕਿ ਰਿਲੀਫ ਦੇ ਨਾਲ ਇੰਗਲਿਸ਼ ਦੇ ਵਿੱਚ। ਚਲੋ ਹੁਣ ਦੇਖਦੇ ਹਾਂ ਕੀ ਹੈ ਇਹਦੇ ਵਿੱਚ। ਪਹਿਲਾ ਹੈ ਭਾਰਤ ਦੇ ਵਿੱਚ ਪ੍ਰਾਇਦੀਪੀ ਭਾਗ ਦੇ ਵਿੱਚ ਦੇਸ਼ ਦੀ ਕੁਦਰਤੀ ਬਨਾਵਟ ਦਾ ਕੇਂਦਰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਹੁਣ ਜਿਹੜੇ ਪ੍ਰਾਇਦੀਪੀ ਪਠਾਰ ਨੇ ਇਹ ਜਿਹੜੇ ਕੀ ਨੇ, ਇਹਦੇ ਵਿੱਚ ਸੰਪੂਰਨ ਜਿਹੜੀ ਧਰਾਤਲ ਦਾ ਉਹਦੀ ਨਿਰਮਾਣ ਹੁੰਦਾ ਵਾ। ਕਿਉਂਕਿ ਪ੍ਰਾਇਦੀਪੀ ਪਠਾਰ ਤੋਂ ਹੀ ਜਿਹੜੀ ਮਿੱਟੀ ਆ ਉਹ ਰੋੜ ਕੇ ਲਿਆਂਦੀ ਜਾਂਦੀ ਹੈ ਡੈਲਟਾ ਦੇ ਰੂਪ ਦੇ ਵਿੱਚ, ਉਹ ਮੈਦਾਨੀ ਏਰੀਆ ਵਿੱਚ ਵਿਛਾਈ ਜਾਂਦੀ ਹੈ। ਤਾਂ ਇਸ ਕਰਕੇ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਵਾ। ਇਹਦੇ ਕਰਕੇ ਹੀ ਜਿਹੜੇ ਸਾਡੇ ਹੋਰ ਧਰਤੀ ਦੇ ਵਿੱਚ ਜਾਂ ਤੁਸੀਂ ਕਹਿ ਦਿਓ ਵੀ ਭਾਰਤ ਦੇ ਵਿੱਚ ਜਿਹੜੀਆਂ ਹੋਰ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਤਾਂ ਉਹ ਸਿਰਫ ਪ੍ਰਾਇਦੀਪੀ ਪਠਾਰ ਕਰਕੇ ਹੀ ਬਣਦੀਆਂ ਨੇ। ਉਸ ਤੋਂ ਬਾਅਦ ਹਿਮਾਲਿਆ ਦਾ ਕੀ ਅਰਥ ਹੈ? ਹਿਮਾਲਿਆ ਦਾ ਅਰਥ ਹੈ ਹਿਮ ਬਰਫ਼ ਦਾ ਘਰ, ਜਾਣੀ ਕਿ ਜਿੱਥੇ ਕੀ ਆ ਸਭ ਤੋਂ ਜ਼ਿਆਦਾ ਬਰਫ਼ ਪੈਂਦੀ ਆ ਉਹਨੂੰ ਬਰਫ਼ ਦਾ ਏਰੀਆ ਨੂੰ ਅਸੀਂ ਕਹਿੰਦੇ ਹਾਂ ਹਿਮ ਦਾ ਘਰ ਵੀ ਕਿਹਾ ਜਾਂਦਾ ਵਾ। ਟਰਾਂਸ ਹਿਮਾਲਿਆ ਨੂੰ ਤਿੱਬਤ ਹਿਮਾਲਿਆ ਕਿਉਂ ਕਿਹਾ ਜਾਂਦਾ? ਹੁਣ ਇਹਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹਦਾ ਜ਼ਿਆਦਾਤਰ ਹਿੱਸਾ ਜਿਹੜਾ ਵਾ ਉਹ ਕਿੱਥੇ ਆ, ਤਿੱਬਤ ਦੇ ਵਿੱਚ ਆ, ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ, ਟਰਾਂਸ ਹਿਮਾਲਿਆ ਕਿਹਾ ਜਾਂਦਾ ਵਾ। ਟਰਾਂਸ ਹਿਮਾਲਿਆ ਦੀ ਔਸਤ ਉਚਾਈ ਕਿੰਨੀ ਆ? ਇਹਦੀ ਜਿਹੜੀ ਟਰਾਂਸ ਹਿਮਾਲਿਆ ਦੀ ਔਸਤ ਉਚਾਈ ਹੈਗੀ ਆ ਉਹ 6100 ਮੀਟਰ ਆ। ਇਹ ਯਾਦ ਰੱਖਣਾ ਵੀ 6100 ਮੀਟਰ ਤੱਕ ਇਹਦੀ ਔਸਤਨ ਉਚਾਈ ਮੰਨੀ ਜਾਂਦੀ ਆ। ਅੱਗੇ ਹੈ ਇੱਥੇ ਵੈਸੇ ਖੂਨ ਲਿਖਿਆ ਗਿਆ, ਸੌਰੀ ਉੱਥੇ ਆਉਣਾ ਸੀ ਦੂਨ ਕਿਸ ਨੂੰ ਕਹਿੰਦੇ ਹਨ, ਠੀਕ ਹੈ ਜੀ। ਦੂਨ ਜਿਹੜਾ ਵਾ ਉਹ ਹਿਮਾਲਿਆ ਦੇ ਬਾਹਰਲੇ ਜਿਹੜੇ ਏਰੀਏ ਦੇ ਵਿੱਚ ਸਥਿਤ ਜਿਹੜੀਆਂ ਝੀਲਾਂ ਹੁੰਦੀਆਂ ਨੇ, ਜਿਹੜੀਆਂ ਕਿ ਬਹੁਤ ਜ਼ਿਆਦਾ ਮਿੱਟੀਆਂ ਨਾਲ ਭਰੀਆਂ ਗਈਆਂ ਹੁੰਦੀਆਂ ਨੇ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਦੂਨ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਹਿਮਾਲਿਆ ਦੇ ਪੂਰਬੀ ਸ਼ਾਖਾਵਾਂ ਦੇ ਵਿੱਚ ਕਿਸ ਦੇ ਦੋ ਪ੍ਰਮੁੱਖ ਉੱਚ ਚੋਟੀਆਂ ਕਿਹੜੀਆਂ ਕਿਹੜੀਆਂ ਨੇ? ਜਿਹੜੀਆਂ ਹਿਮਾਲਿਆ ਦੇ ਪੂਰਬੀ ਸ਼ਾਖਾਵਾਂ ਦੇ ਵਿੱਚ ਲੱਗਦੀਆਂ ਨੇ ਉਹ ਹੈਗੀਆਂ ਦਫਾਵੰਸ 4578 ਮੀਟਰ ਅਤੇ ਸਾਰਾਵੰਤੀ ਜਿਹੜੀ ਆ 3926 ਕਿਲੋਮੀਟਰ। ਅਤੇ ਹਿਮਾਲਿਆ ਦੇ ਪੂਰਬੀ ਸ਼ਾਖਾਵਾਂ ਦੀਆਂ ਦੋ ਮੁੱਖ ਚੋਟੀਆਂ ਮੰਨੀਆਂ ਜਾਂਦੀਆਂ ਨੇ। ਵਿਸ਼ਵ ਦੇ ਵਿੱਚ ਸਭ ਤੋਂ ਉੱਚੀ ਚੋਟੀ ਪਰਬਤ ਦੀ ਕਿਹੜੀ ਆ? ਮਾਊਂਟ ਐਵਰੈਸਟ। ਇਹ ਸਾਰਿਆਂ ਨੂੰ ਪਤਾ ਵਾ। 8848 ਕਿਲੋਮੀਟਰ ਦੇ ਵਿੱਚ ਇਹਦਾ ਜਿਹੜਾ ਉੱਚੀ ਹੈਗੀ ਆ। ਦੇਖੋ ਅਗਲਾ ਆਨਸਰ ਵੀ ਆ ਗਿਆ। ਮਾਊਂਟ ਐਵਰੈਸਟ ਦੀ ਸਮੁੰਦਰੀ ਤਲ ਤੋਂ ਉਚਾਈ, ਜਾਣੀ ਕਿ ਸਮੁੰਦਰ ਤੋਂ ਹੀ ਹਰ ਇੱਕ ਚੀਜ਼ ਮਾਪੀ ਜਾਂਦੀ ਹੈ। ਇਹ ਚੀਜ਼ ਯਾਦ ਰੱਖਣਾ। ਈਵਨ ਤੁਸੀਂ ਜਦੋਂ ਰੇਲਵੇ ਸਟੇਸ਼ਨ ਨੂੰ ਵੀ ਦੇਖੋਗੇ ਤਾਂ ਉੱਥੇ ਜਿੱਥੇ ਲਿਖਿਆ ਹੁੰਦਾ ਵਾ ਵੀ ਕਿਸੇ ਵੀ ਸਟੇਸ਼ਨ ਦਾ ਨਾਮ, ਉਹਦੇ ਥੱਲੇ ਲਿਖਿਆ ਹੁੰਦਾ ਇਹਦੀ ਸਮੁੰਦਰ ਤਲ ਤੋਂ ਉਚਾਈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਾਪੀਆਂ ਜਾਂਦੀਆਂ, ਕਿਸੇ ਵੀ ਚੀਜ਼ ਦੀ ਹਾਈਟ ਮਾਪੀ ਜਾਂਦੀ ਆ ਉਹ ਹਮੇਸ਼ਾ ਸਮੁੰਦਰੀ ਤਲ ਤੋਂ ਮਾਪੀ ਜਾਂਦੀ ਆ, ਯਾਨੀ ਕਿ ਸਮੁੰਦਰ ਦੇ ਨੀਚੇ ਤੋਂ ਮਾਪੀ ਜਾਂਦੀ ਹੈ ਵੀ ਉੱਪਰ ਤੱਕ ਕਿੰਨਾ ਵਾ। ਤਾਂ 8848 ਮੀਟਰ ਇਹ ਜਿਹੜੀ ਹੈ ਇਹਦੀ ਹਾਈਟ ਹੈਗੀ ਆ। ਉਸ ਤੋਂ ਬਾਅਦ ਹੈ ਬ੍ਰਹਮਪੁੱਤਰਾ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ ਕਿੰਨੀ ਹੁੰਦੀ ਹੈ? ਜਿਹੜੇ ਬ੍ਰਹਮਪੁੱਤਰਾ ਜਿਹੜੀ ਮਿੱਟੀ ਲੈ ਕੇ ਆਉਂਦੀ ਹੈ ਅਤੇ ਉਹਨੂੰ ਵਿਛਾ ਦਿੰਦੀ ਆ, ਉਹਦੇ ਕਿੰਨਾ ਮੀਟਰ ਏਰੀਆ ਬਣ ਜਾਂਦਾ ਵਾ ਉਹਦਾ? 640 ਕਿਲੋਮੀਟਰ ਤੋਂ ਲੈ ਕੇ ਲੰਬਾਈ ਹੈ ਇਹਦੀ, ਯਾਨੀ ਕਿ ਇਹਦੀ ਲੈਂਥ ਆ, ਦੈਨ ਉਹਦੀ ਜਿਹੜੀ ਬ੍ਰੈਥ ਆ, ਯਾਨੀ ਚੌੜਾਈ ਆ, ਉਹ 90 ਤੋਂ 100 ਕਿਲੋਮੀਟਰ ਤੱਕ ਹੋ ਜਾਂਦੀ ਹੈ। ਵੀ ਇੰਨੇ ਕੁ ਏਰੀਆ ਤੱਕ ਦਾ ਜਿਹੜਾ ਵਾ ਇਹ ਏਰੀਆ ਬ੍ਰਹਮਪੁੱਤਰਾ ਨਦੀ ਦੁਆਰਾ ਬਣਾਇਆ ਜਾਂਦਾ ਵਾ, ਉਹਦੇ ਡੈਲਟੇ ਦੁਆਰਾ ਬਣਦਾ ਵਾ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਪ੍ਰਾਇਦੀਪੀ ਪਠਾਰ ਦਾ ਸਿਖਰ ਬਿੰਦੂ ਕਿਹੜਾ ਹੁੰਦਾ ਹੈ? ਕੰਨਿਆਕੁਮਾਰੀ। ਕੰਨਿਆਕੁਮਾਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵਾ ਪ੍ਰਾਇਦੀਪੀ ਪਠਾਰ ਮਿਲਦੇ ਨੇ। ਇਹ ਕਿੱਥੇ ਆ ਯਾਦ ਰੱਖਣਾ? ਨਾਰਥ ਦੇ ਵਿੱਚ, ਯਾਨੀ ਕਿ ਦੱਖਣੀ ਭਾਰਤ ਦੇ ਵਿੱਚ ਆ, ਲਾਸਟ ਸਿਟੀ ਮੰਨੀ ਜਾਂਦੀ ਆ। ਉਸ ਤੋਂ ਬਾਅਦ ਹੈ ਨਾਗਪੁਰ ਦੇ ਪਠਾਰਾਂ ਦੀ ਕੋਈ ਇੱਕ ਵਿਸ਼ੇਸ਼ਤਾ। ਨਾਗਪੁਰ ਦੇ ਵਿੱਚ ਲਾਵੇ ਤੋਂ ਬਣੇ ਹੋਏ ਪਠਾਰ ਕੱਟੀਆਂ ਵੱਡੀਆਂ ਹਨ, ਜਾਣੀ ਕਿ ਉਹ ਲਾਵੇ ਦੇ ਕਰਕੇ ਬਣਦੀਆਂ ਨੇ, ਜਾਣੀ ਕਿ ਉੱਥੇ ਜਵਾਲਾਮੁਖੀ ਫਟਦੇ ਨੇ ਤਾਂ ਕਰਕੇ ਉੱਥੇ ਜਿਹੜੀਆਂ ਚੱਟਾਨਾਂ ਨੇ ਉਹ ਬਣ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਪੱਛਮੀ ਘਾਟ ਦੇ ਦੌਰਿਆਂ ਦੇ ਨਾਂ ਲਿਖੋ, ਵੀ ਜਿਹੜੇ ਪੱਛਮੀ ਘਾਟ ਦੇ ਵਿੱਚ ਜਿਹੜੇ ਹੋਰ ਦੌਰ ਮਿਲਦੇ ਨੇ ਉਹ ਕਿਹੜੇ ਕਿਹੜੇ ਨੇ? ਦੇਖੋ ਉਹਦੇ ਵਿੱਚ ਹੈ ਥਾਲ ਘਾਟ, ਭੋਰ ਘਾਟ, ਪਾਲ ਘਾਟ ਅਤੇ ਪੱਛਮੀ ਘਾਟ ਦੇ ਦਰੇ ਹਨ। ਉਸ ਤੋਂ ਬਾਅਦ ਹੈ ਜੋਗ ਝਰਨਾ ਕਿੱਥੇ ਹੈ ਅਤੇ ਇਸ ਦੀ ਸਭ ਤੋਂ ਉਚਾਈ ਕਿੰਨੀ ਹੈ? ਜੋਗ ਝਰਨਾ ਜਿਹੜੀ ਆ ਉਹ ਸਰਸਵਤੀ ਨਦੀ ਤੋਂ ਬਣਦਾ ਵਾ ਅਤੇ ਇਹਦੀ ਉਚਾਈ ਜਿਹੜੀ ਆ ਉਹ 250 ਮੀਟਰ ਤੱਕ ਹੈ। ਉਸ ਤੋਂ ਬਾਅਦ ਹੈ ਚਿਲਕਾ ਝੀਲ ਕਿੰਨੀ ਲੰਬੀ ਹੈ? ਚਿਲਕਾ ਝੀਲ ਜਿਹੜੀ ਆ ਉਹ 70 ਕਿਲੋਮੀਟਰ ਤੱਕ ਲੰਬੀ ਹੈ। ਉਸ ਤੋਂ ਬਾਅਦ ਹੈ ਅੰਡੋਮਾਨ ਨਿਕੋਬਾਰ ਦੀਪ ਦੇ ਵਿੱਚ ਕਿੰਨੇ ਦੀਪ ਆਉਂਦੇ ਆ? ਜਿਹੜਾ ਅੰਡੋਮਾਨ ਜਿਹੜਾ ਦੀਪ ਆ ਉਹਦੇ ਵਿੱਚ 120 ਆਉਂਦੇ ਆ ਸਮੂਹ, ਅਤੇ ਨਿਕੋਬਾਰ ਦੇ ਵਿੱਚ 18 ਦੀਪਾਂ ਦਾ ਸਮੂਹ ਸ਼ਾਮਲ ਹੈ। ਉਸ ਤੋਂ ਬਾਅਦ ਹੈ
ਕਿਹੜੀ ਨਦੀ ਨੂੰ ਭਾਰਤੀ ਵਿਸ਼ਾਲ ਪਠਾਰ ਦੇ 2 ਹਿੱਸਿਆਂ ਦੇ ਵਿਚਕਾਰ ਸੀਮਾ ਬਣਾਉਂਦੀ ਹੈ? ਵੀ ਕਿਹੜੀ ਨਦੀ ਹੈ ਜਿਹੜੀ ਉਹ 2 ਪਠਾਰਾਂ ਨੂੰ ਆਪਸ ਦੇ ਵਿੱਚ 2 ਹਿੱਸਿਆਂ ਦੇ ਵਿੱਚ ਵੰਡ ਦਿੰਦੀ ਆ? ਉਹ ਹੈ ਨਰਮਦਾ ਨਦੀ। ਭਾਰਤ ਦੇ ਪ੍ਰਮੁੱਖ ਦੀਪ ਸਮੂਹ ਕਿਹੜੇ ਹਨ ਅਤੇ ਇਹ ਕਿੱਥੇ ਸਥਿਤ ਹਨ? ਭਾਰਤ ਦੇ ਜਿਹੜੇ ਪ੍ਰਮੁੱਖ ਦੀਪ ਸਮੂਹ ਨੇ ਉਹ ਅੰਡੋਮਾਨ ਨਿਕੋਬਾਰ ਤੇ ਲਕਸ਼ਦੀਪ ਨੇ, ਤੇ ਇਹ ਕਰਮਬਾਰ ਜਿਹੜੇ ਨੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੇ ਵਿੱਚ ਸਥਿਤ ਨੇ। ਉਸ ਤੋਂ ਬਾਅਦ ਹੈ ਹਿਮਾਲਿਆ ਪਰਬਤ ਦੀ ਉਤਪਤੀ ਕਿਹੜੇ ਸਾਗਰ ਕਰਕੇ ਹੋਈ? ਥੇਰਸ ਜਿਹੜਾ ਸੀਗਾ ਇੱਕ ਸਾਗਰ ਸੀਗਾ, ਉਹਦੇ ਕਰਕੇ ਜਿਹੜਾ ਵਾ ਹਿਮਾਲਿਆ ਦਾ ਜਿਹੜਾ ਵਾ ਉਤਪਤੀ ਹੋਈ ਜਾਂ ਉਹ ਪੈਦਾ ਹੋਇਆ, ਤੇ ਹਲੇ ਵੀ ਇਹ ਕਹਿੰਦੇ ਨੇ ਵੀ ਇਹ ਜਵਾਨ ਆ ਕਿਉਂਕਿ ਹਲੇ ਵੀ ਇਹ ਅਪਲਿਫਟ ਹੁੰਦਾ ਜਾ ਰਿਹਾ ਵਾ। ਉਸ ਤੋਂ ਬਾਅਦ ਹੈ ਹਿਮਾਲਿਆ ਪਰਬਤ ਨੂੰ ਕਿਸ ਤਰ੍ਹਾਂ ਦੇ ਪਰਬਤ ਹਨ? ਹਿਮਾਲਿਆ ਦੇ ਵਿੱਚ ਜਿਹੜੇ ਨੇ ਯੁਵਾ ਮੋੜਦਾਰ ਪਰਬਤ ਹਨ, ਵੀ ਜਾਣੀ ਕਿ ਕੀ ਨੇ ਉਹ ਹਲੇ ਵੀ ਕੀ ਨੇ ਜੰਗ ਏਜ ਦੇ ਵਿੱਚ ਨੇ, ਹਲੇ ਵੀ ਅਪਗ੍ਰਿਫਟ ਹੋਈ ਜਾ ਰਹੇ ਨੇ, ਇਨਕਰੀਜ਼ ਹੋਈ ਜਾ ਰਹੇ ਨੇ, ਤਾਂ ਇਸ ਕਰਕੇ ਇਹਨੂੰ ਕੀ ਕਿਹਾ ਗਿਆ ਵਾ? ਯੁਵਾ ਮੋੜਦਾਰ ਪਰਬਤ ਵੀ ਕਹਿੰਦੇ ਨੇ। ਉਸ ਤੋਂ ਬਾਅਦ ਹੈ ਹਿਮਾਲਿਆ ਦਾ ਜ਼ਿਆਦਾਤਰ ਜਿਹੜਾ ਭਾਗ ਆ ਉਹ ਕਿੱਥੇ ਸਥਿਤ ਹੈ? ਜ਼ਿਆਦਾਤਰ ਭਾਗ ਜਿਹੜਾ ਵਾ ਉਹ ਯਾਦ ਰੱਖਣਾ ਕਿੱਥੇ ਆ? ਤਿੱਬਤ ਦੇਸ਼ ਦੇ ਵਿੱਚ ਸਥਿਤ ਆ। ਉਸ ਤੋਂ ਬਾਅਦ ਹੈ ਟਰਾਂਸ ਹਿਮਾਲਿਆ ਦੇ ਪ੍ਰਮੁੱਖ ਜਾਂ ਪ੍ਰਿਥਵੀ ਤੋਂ ਦੂਸਰੀ ਸਭ ਤੋਂ ਉੱਚੀ ਚੋਟੀ ਕਿਹੜੀ ਆ? ਤਾਂ ਜਿਹੜੀ ਇਹਦੇ ਵਿੱਚ ਹੈ ਉਹ ਹੈ ਗਾਡਵਿਨ, ਆਸਟਿੰਗ ਅਤੇ ਮਾਊਂਟ K2 ਜਿਹੜੀ ਟਰਾਂਸ ਹਿਮਾਲਿਆ ਜਾਂ ਪਰਬਤ ਦੀ ਸਭ ਤੋਂ ਦੂਜੀ ਉੱਚੀ ਚੋਟੀ ਮੰਨੀ ਜਾਂਦੀ ਆ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਸ਼੍ਰੇਣੀ ਕਿਹੜੀ ਹੈ? ਮਹਾਨ ਹਿਮਾਲਿਆ ਵਾ। ਉਸ ਤੋਂ ਬਾਅਦ ਹੈ ਹਿਮਾਲਿਆ ਦੀ ਕਿਹੜੀ ਸ਼ਾਖਾ ਨੂੰ ਸ਼ਿਵਾਲਿਕ ਕਿਹਾ ਜਾਂਦਾ ਹੈ? ਬਾਹਰਲੀ ਜਿਹੜੀ ਹਿਮਾਲਿਆ ਸ਼ਾਖਾ ਵਾ ਉਹਨੂੰ ਅਸੀਂ ਕਹਿੰਦੇ ਹਾਂ ਹਿਮਾਲਿਆ ਦੀ ਸ਼੍ਰੇਣੀ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਹਿਮਾਲਿਆ ਵਿੱਚ ਕਿਹੜੀ ਸ਼੍ਰੇਣੀ ਸ਼ਿਵਾਲਿਕ ਅਖਵਾਉਂਦੀ ਹੈ? ਬਾਹਰਲੀ ਹਿਮਾਲਿਆ ਸ਼੍ਰੇਣੀ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਕਿਸ ਜਲ ਪ੍ਰਵਾਹ ਦੇ ਪ੍ਰਮਾਣ ਪ੍ਰਣਾਲੀ ਦੇ ਉਦਯੋਗ ਨਾਲ ਜਾਂ ਫਿਰ ਕਹਿ ਦਿਓ ਉਪਯੋਗ ਦੇ ਨਾਲ ਹੋ ਰਿਹਾ ਹੈ? ਵੀ ਭਾਰਤ ਦੇ ਵਿੱਚ ਜਿਹੜਾ ਉੱਤਰੀ ਵਿਸ਼ਾਲ ਮੈਦਾਨ ਆ ਉਹਦੀ ਰਚਨਾ ਜਿਹੜੀ ਆ ਉਹ ਸਤਲੁਜ, ਬ੍ਰਹਮਪੁੱਤਰ, ਗੰਗਾ ਜਲ ਵਹਾਅ ਦੇ ਇੱਕ ਪ੍ਰਣਾਲੀ ਦੇ ਕਰਕੇ ਹੀ ਹੁੰਦੀ ਹੈ, ਕਿਉਂਕਿ ਇਹ 3 ਨਦੀਆਂ ਜਿਹੜੀਆਂ ਨੇ ਉਹ ਮੇਨ ਰੀਜ਼ਨ ਬਣਦੀਆਂ ਨੇ ਜਿਹਦੇ ਕਰਕੇ ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਜਿਹੜੀ ਆ ਬਣਤਰ ਜਾਂ ਤੁਸੀਂ ਕਹਿ ਦਿਓ ਵੀ ਉਹਦਾ ਓਰੀਜਨ ਹੋਇਆ। ਉਸ ਤੋਂ ਬਾਅਦ ਹੈ ਰਾਵੀ ਅਤੇ ਬਿਆਸ ਦੇ ਮੱਧ ਭਾਗ ਨੂੰ ਕੀ ਕਿਹਾ ਜਾਂਦਾ? ਵਿਸਤ ਦਬਾਵ ਕਿਹਾ ਜਾਂਦਾ ਵਾ। ਇਹ ਯਾਦ ਰੱਖਣਾ ਵਾ ਰਾਵੀ ਤੇ ਬਿਆਸ ਦੇ ਵਿੱਚ। ਹੁਣ ਵੈਸੇ ਰਾਵੀ ਸਾਡੇ ਕੋਲ ਹੈ ਨਹੀਂ, ਬਿਆਸ ਸਾਡੇ ਕੋਲ, ਤਾਂ ਇਹਨਾਂ ਦੋਹਾਂ ਦੇ ਵਿਚਾਲੇ ਜਿਹੜਾ ਏਰੀਆ ਬਣਦਾ ਉਹਨੂੰ ਵਿਸਤ ਦਬਾਵ ਕਿਹਾ ਜਾਂਦਾ ਵਾ। ਭਾਰਤ ਦਾ ਕਿਹੜਾ ਭੂ ਭਾਗ ਤ੍ਰਿਭੁਜਾਕਾਰ ਹੈ? ਪ੍ਰਾਇਦੀਪੀ ਪਠਾਰ ਜਿਹੜਾ ਵਾ ਉਹ ਸਾਡਾ ਕੀ ਆ? ਟ੍ਰਾਇੰਗੂਲਰ ਸ਼ੇਪ ਹੈਗਾ ਵਾ। ਉਸ ਤੋਂ ਬਾਅਦ ਹੈ ਅਰਾਵਲੀ ਪਰਬਤ ਦੀ ਸ਼੍ਰੇਣੀ ਦੇ ਵਿੱਚ ਮਾਊਂਟ ਆਬੂ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਉਹ ਹੈ ਗੁਰੂ ਸ਼ਿਖਰ। ਠੀਕ ਹੈ ਜੀ। ਮਾਊਂਟ ਆਬੂ ਕਿੱਥੇ ਆ? ਰਾਜਸਥਾਨ ਦੇ ਵਿੱਚ ਹੈ, ਯਾਦ ਰੱਖਣਾ ਵਾ। ਉਸ ਤੋਂ ਬਾਅਦ ਹੈ ਗੋਆ ਤੋਂ ਮੰਗਲੋਰ ਦੀ ਸਮੁੰਦਰ ਤੱਟ ਦੀ ਉਚਾਈ ਨੂੰ ਕੀ ਅਖਵਾਉਂਦਾ ਹੈ? ਉਹਨੂੰ ਮਾਲਾਬਾਰ ਤੱਟ ਕਹਿੰਦੇ ਹਨ। ਉਸ ਤੋਂ ਬਾਅਦ ਹੈ ਕੋਂਕਣ ਤੱਟ ਕਿੱਥੇ ਤੱਕ ਫੈਲਿਆ ਹੋਇਆ ਹੈ? ਇਹ ਕੋਂਕਣ ਤੱਟ ਜਿਹੜਾ ਵਾ ਦਮਨ ਤੋਂ ਗੋਆ ਤੱਕ ਫੈਲਿਆ ਹੋਇਆ ਵਾ। ਲਾਸਟ ਕੁਐਸਚਨ ਹੈ ਇਸ ਸੈਸ਼ਨ ਦਾ ਹੈ ਭਾਰਤ ਦੇ ਵਿੱਚ ਕਿਹੜਾ ਭੂ ਭਾਗ ਦੇ ਸਾਰੇ ਤਰ੍ਹਾਂ ਦੇ ਖਣਿਜ ਦਾ ਵਿਸ਼ਾਲ ਭੰਡਾਰ ਹੈ? ਵੀ ਸਭ ਤੋਂ ਜ਼ਿਆਦਾ ਜਿਹੜੇ ਮਿਨਰਲਸ ਨੇ ਉਹ ਕਿੱਥੋਂ ਮਿਲਦੇ ਆ? ਉਹ ਸਾਡੇ ਪ੍ਰਾਇਦੀਪੀ ਪਠਾਰ ਤੋਂ ਹੀ ਮਿਲਦੇ ਆ ਸਭ ਤੋਂ ਜ਼ਿਆਦਾ ਜਿਹੜੇ ਨੇ। ਇਸ ਕਰਕੇ ਜਿਹੜੀ ਇੰਡੀਆ ਦੇ ਵਿੱਚ ਇਹ ਪ੍ਰਾਇਦੀਪੀ ਪਠਾਰ ਜਾਂ ਤੁਸੀਂ ਕਹਿ ਦਿਓ ਪਲੇਟਿਊਸ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਬਣ ਚੁੱਕੀ ਆ, ਕਿਉਂਕਿ ਇਹਨਾਂ ਤੋਂ ਹੀ ਸਾਡੇ ਜਿਹੜੇ ਪੂਰੇ ਵਰਲਡ ਜਾਂ ਅਸੀਂ ਹੋਰ ਵੀ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨੂੰ ਪੂਰੀਆਂ ਕਰਨ ਦੇ ਲਈ ਸਾਨੂੰ ਉਹਨਾਂ ਚੀਜ਼ਾਂ ਦੇ ਉੱਤੇ ਡਿਪੈਂਡੈਂਟ ਰਹਿਣਾ ਪੈਂਦਾ ਵਾ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਸੈਸ਼ਨ ਦੇ ਵਿੱਚ ਅਸੀਂ 8th 10th ਤੇ +2 ਕਲਾਸ ਦੇ ਜਿਹੜੇ ਇੰਪੋਰਟੈਂਟ ਕੁਐਸਚਨਸ ਨੇ ਉਹ ਡਿਸਕਸ ਕਰ ਰਹੇ ਹਾਂ। ਹਾਲੇ ਸੈਸ਼ਨ ਜਿਹੜੇ ਚੱਲ ਰਹੇ ਨੇ ਉਹ ਇੰਗਲਿਸ਼ ਤੇ SST ਦੇ ਚੱਲ ਰਹੇ ਨੇ। ਹੁਣ ਨਾਲ ਦੀ ਨਾਲ ਸੰਡੇ ਤੋਂ ਅਸੀਂ ਕੀ ਕਰ ਰਹੇ ਹਾਂ, ਮੈਥ ਨੂੰ ਵੀ ਇਨਕਲੂਡ ਕਰ ਰਹੇ ਹਾਂ, ਅਤੇ ਮੈਥ ਦੀ ਇੱਕ ਸੀਰੀਜ਼ ਹੀ ਬਣ ਰਹੀ ਹੈ ਜਿਹਦੇ ਵਿੱਚ ਅਸੀਂ ਕੀ ਆ ਮੈਥ ਦੇ ਸਾਰੇ ਟੌਪਿਕ ਦੇ ਬਾਰੇ ਡਿਸਕਸ ਕਰਾਂਗੇ ਅਤੇ ਤੁਹਾਨੂੰ ਐਕਸਟਰਾ ਚੀਜ਼ਾਂ ਵੀ ਸਿਖਾਵਾਂਗੇ, ਅਤੇ ਤੁਸੀਂ ਉਸ ਚੀਜ਼ ਦੇ ਨਾਲ ਜੁੜੇ ਰਹਿਣਾ ਅਤੇ ਵੱਧ ਤੋਂ ਵੱਧ ਜਿਹੜਾ ਸੈਸ਼ਨ ਆ ਉਹਨੂੰ ਦੇਖਦੇ ਰਹਿਣਾ। ਅਤੇ ਜੇਕਰ ਤੁਹਾਨੂੰ ਫਿਰ ਵੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਮੈਨੂੰ ਜ਼ਰੂਰ ਦੱਸਣੀ ਆ ਅਤੇ ਅਸੀਂ ਇਹਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।